प्यारे बच्चों सत श्री अकाल। मैं रुपिंदरजीत कौर साइंस मिस्ट्रेस सरकारी हाई स्कूल साफूवाला ਜ਼ਿਲ੍ਹਾ ਮੋਗਾ ਤੋਂ। प्यारे बच्चों ਅੱਜ ਅਸੀਂ 7ਵੀਂ ਕਲਾਸ ਦੇ ਪਾਠ 15 ਪ੍ਰਕਾਸ਼ ਦੇ ਸੰਬੰਧਿਤ ਪ੍ਰਸ਼ਨ ਉੱਤਰ ਹੱਲ ਕਰਾਂਗੇ। ਹਾਂਜੀ, ਇਸ ਪਾਠ ਵਿੱਚ ਤੁਸੀਂ ਹੁਣ ਤੱਕ ਪੜ੍ਹ ਚੁੱਕੇ ਹੋ ਕਿ ਪ੍ਰਕਾਸ਼ ਹਮੇਸ਼ਾ ਹੀ ਸਰਲ ਰੇਖਾ ਜਾਂ ਸਿੱਧੀ ਰੇਖਾ ਵਿੱਚ ਚੱਲਦਾ ਹੈ। ਕੋਈ ਵੀ ਪਾਲਿਸ਼ ਕੀਤਾ ਹੋਇਆ ਜਾਂ ਚਮਕਦਾਰ ਤਲ ਦਰਪਣ ਅਖਵਾਉਂਦਾ ਹੈ। ਜਿਹੜਾ ਪ੍ਰਤੀਬਿੰਬ ਪਰਦੇ 'ਤੇ ਪ੍ਰਾਪਤ ਕੀਤਾ ਜਾ ਸਕੇ ਉਸ ਨੂੰ ਵਾਸਤਵਿਕ ਪ੍ਰਤੀਬਿੰਬ ਕਹਿੰਦੇ ਹਨ, ਅਤੇ ਜਿਹੜੇ ਪ੍ਰਤੀਬਿੰਬ ਨੂੰ ਪ੍ਰਾਪਤ ਨਾ ਕੀਤਾ ਜਾ ਸਕੇ ਪਰਦੇ ਦੇ ਉੱਪਰ ਉਸ ਨੂੰ ਆਭਾਸੀ ਪ੍ਰਤੀਬਿੰਬ ਕਹਿੰਦੇ ਹਨ। ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਹਮੇਸ਼ਾ ਸਿੱਧਾ, ਆਭਾਸੀ ਅਤੇ ਵਸਤੂ ਦੇ ਆਕਾਰ ਦੇ ਬਰਾਬਰ ਬਣਦਾ ਹੈ। ਇਸੇ ਹੀ ਤਰ੍ਹਾਂ ਅਵਤਲ ਦਰਪਣ ਬਾਰੇ, ਔਤਲ ਦਰਪਣ ਬਾਰੇ, ਉੱਤਲ ਲੈਂਜ਼ ਅਤੇ ਅਵਤਲ ਲੈਂਜ਼ ਬਾਰੇ ਵੀ ਪੜ੍ਹ ਚੁੱਕੇ ਹੋ। ਆਓ ਸਭ ਤੋਂ ਪਹਿਲਾਂ ਅਭਿਆਸ ਦੇ ਵਿੱਚ ਖਾਲੀ ਸਥਾਨ ਭਰਦੇ ਹਾਂ। ਜਿਸ ਪ੍ਰਤੀਬਿੰਬ ਨੂੰ ਪਰਦੇ ਉੱਤੇ ਪ੍ਰਾਪਤ ਨਾ ਕੀਤਾ ਜਾ ਸਕੇ ਉਹ ਡੈਸ਼ ਅਖਵਾਉਂਦਾ ਹੈ। ਉੱਤਰ ਹੈ ਆਭਾਸੀ ਪ੍ਰਤੀਬਿੰਬ। ਜੇ ਪ੍ਰਤੀਬਿੰਬ ਹਮੇਸ਼ਾ ਆਭਾਸੀ ਅਤੇ ਆਕਾਰ ਵਿੱਚ ਛੋਟਾ ਹੋਵੇ ਤਾਂ ਇਹ ਕਿਸੇ ਉੱਤਲ ਡੈਸ਼ ਦੁਆਰਾ ਬਣਿਆ ਹੋਵੇਗਾ। ਦਰਪਣ। ਉੱਤਰ ਹੈ ਦਰਪਣ। ਜਿਸ ਪ੍ਰਤੀਬਿੰਬ ਨੂੰ ਪਰਦੇ ਉੱਤੇ ਪ੍ਰਾਪਤ ਕੀਤਾ ਜਾ ਸਕੇ ਉਹ ਡੈਸ਼ ਪ੍ਰਤੀਬਿੰਬ ਅਖਵਾਉਂਦਾ ਹੈ। ਇਸ ਦਾ ਉੱਤਰ ਹੈ ਵਾਸਤਵਿਕ ਪ੍ਰਤੀਬਿੰਬ। ਇਸ ਤੋਂ ਅਗਲਾ ਭਾਗ, ਅਵਤਲ ਡੈਸ਼ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਪਰਦੇ ਉੱਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸ ਦਾ ਸਹੀ ਉੱਤਰ ਹੈ ਦਰਪਣ। ਇਸ ਦਾ ਸਹੀ ਉੱਤਰ ਹੈ ਦਰਪਣ। ਹਾਂਜੀ, ਇੱਥੋਂ ਤੱਕ ਤੁਸੀਂ ਸਮਝ ਚੁੱਕੇ ਹੋ ਕਿ ਆਭਾਸੀ ਪ੍ਰਤੀਬਿੰਬ ਕੀ ਹੁੰਦਾ ਹੈ ਅਤੇ ਵਾਸਤਵਿਕ ਪ੍ਰਤੀਬਿੰਬ ਕੀ ਹੁੰਦਾ ਹੈ। ਹਾਂਜੀ, ਇਸੇ ਤਰ੍ਹਾਂ ਉੱਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਹਮੇਸ਼ਾ ਆਭਾਸੀ ਅਤੇ ਆਕਾਰ ਵਿੱਚ ਛੋਟਾ ਹੁੰਦਾ ਹੈ, ਅਤੇ ਅਵਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਵਾਸਤਵਿਕ ਅਤੇ ਉਲਟਾ ਪ੍ਰਤੀਬਿੰਬ ਹੁੰਦਾ ਹੈ। ਪਿਆਰੇ ਬੱਚਿਓ, ਆਓ ਹੁਣ ਹੇਠ ਲਿਖੇ ਕਥਨਾਂ ਵਿੱਚੋਂ ਠੀਕ ਅਤੇ ਗਲਤ ਕਥਨ ਚੁਣਦੇ ਹਾਂ। ਸਭ ਤੋਂ ਪਹਿਲਾਂ ਅਸੀਂ ਉੱਤਲ ਦਰਪਣ ਜਾਂ ਨਾਲ ਵੱਡਦਰਸ਼ਿਤ ਅਤੇ ਸਿੱਧਾ ਪ੍ਰਤੀਬਿੰਬ ਪ੍ਰਾਪਤ ਕਰ ਸਕਦੇ ਹਾਂ। ਇਹ ਕਥਨ ਗਲਤ ਹੈ। ਇਹ ਕਥਨ ਗਲਤ ਹੈ। ਅਵਤਲ ਲੈਂਜ਼ ਹਮੇਸ਼ਾ ਆਭਾਸੀ ਪ੍ਰਤੀਬਿੰਬ ਬਣਾਉਂਦਾ ਹੈ। ਇਹ ਕਥਨ ਠੀਕ ਹੈ। ਈੜੀ ਭਾਗ, ਅਵਤਲ ਦਰਪਣ ਤੋਂ ਅਸੀਂ ਵਾਸਤਵਿਕ, ਵੱਡਦਰਸ਼ਿਤ ਅਤੇ ਉਲਟਾ ਪ੍ਰਤੀਬਿੰਬ ਪ੍ਰਾਪਤ ਕਰ ਸਕਦੇ ਹਾਂ। ਇਹ ਕਥਨ ਠੀਕ ਹੈ। ਸੱਸਾ ਭਾਗ, ਵਾਸਤਵਿਕ ਪ੍ਰਤੀਬਿੰਬ ਨੂੰ ਪਰਦੇ ਉੱਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹ ਕਥਨ ਗਲਤ ਹੈ। ਇਸ ਤੋਂ ਅਗਲਾ ਭਾਗ, ਹਾਹਾ ਭਾਗ, ਅਵਤਲ ਦਰਪਣ ਹਮੇਸ਼ਾ ਵਾਸਤਵਿਕ ਪ੍ਰਤੀਬਿੰਬ ਬਣਾਉਂਦਾ ਹੈ। ਇਹ ਕਥਨ ਠੀਕ ਹੈ। ਇਹ ਕਥਨ। ਆਓ ਹੁਣ ਜਿਹੜੇ ਕਥਨ ਗਲਤ ਹਨ ਉਹਨਾਂ ਨੂੰ ਸਹੀ ਕਰਕੇ ਸਮਝ ਲਈਏ। ਪਹਿਲਾ ਊੜਾ ਭਾਗ ਜਿਵੇਂ ਗਲਤ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉੱਤਲ ਦਰਪਣ ਦੁਆਰਾ ਬਣਿਆ ਪ੍ਰਤੀਬਿੰਬ ਸਿੱਧਾ, ਆਭਾਸੀ ਅਤੇ ਆਕਾਰ ਵਿੱਚ ਬਿੰਬ ਜਾਂ ਵਸਤੂ ਨਾਲੋਂ ਛੋਟਾ ਹੁੰਦਾ ਹੈ। ਇਸੇ ਹੀ ਤਰ੍ਹਾਂ ਸੱਸਾ ਭਾਗ ਦੇਖੋ ਧਿਆਨ ਨਾਲ, ਵਾਸਤਵਿਕ ਪ੍ਰਤੀਬਿੰਬ ਨੂੰ ਪਰਦੇ ਉੱਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਵਾਸਤਵਿਕ ਪ੍ਰਤੀਬਿੰਬ ਨੂੰ ਪਰਦੇ ਉੱਪਰ ਪ੍ਰਾਪਤ ਕੀਤਾ ਜਾ ਸਕਦਾ ਹੈ। ਬੱਚਿਓ, ਆਓ ਅਗਲਾ ਪ੍ਰਸ਼ਨ ਕਰਦੇ ਹਾਂ। ਕਾਲਮ A ਵਿੱਚ ਦਿੱਤੇ ਗਏ ਸ਼ਬਦਾਂ ਦਾ ਮਿਲਾਨ ਕਾਲਮ B ਦੇ ਨਾਲ ਇੱਕ ਜਾਂ ਵੱਧ ਕਥਨਾਂ ਨਾਲ ਕਰਦੇ ਹਾਂ। ਕਾਲਮ A ਦਾ ਪਹਿਲਾ ਸ਼ਬਦ ਹੈ ਸਮਤਲ ਦਰਪਣ। ਬੱਚਿਓ, ਇਹ ਕਾਲਮ B ਦੇ ਪੰਜਵੇਂ ਕਥਨ ਈੜੀ ਭਾਗ ਦੇ ਨਾਲ ਮਿਲਾਨ ਇਸ ਦਾ ਹੁੰਦਾ ਹੈ। ਸਿੱਧਾ ਅਤੇ ਬਿੰਬ ਜਾਂ ਵਸਤੂ ਦੇ ਆਕਾਰ ਦਾ ਪ੍ਰਤੀਬਿੰਬ ਬਣਾਉਂਦਾ ਹੈ। ਕਾਲਮ A ਦਾ ਦੂਜਾ ਸ਼ਬਦ ਉੱਤਲ ਦਰਪਣ। ਬੱਚਿਓ, ਇਹ ਕਾਲਮ B ਦੇ B ਭਾਗ ਦੇ ਨਾਲ ਮਿਲਾਨ ਕਰਦਾ ਹੈ। ਵਧੇਰੇ ਖੇਤਰ ਦੇ ਦ੍ਰਿਸ਼ ਜਾਂ ਦਾ ਪ੍ਰਤੀਬਿੰਬ ਬਣਾ ਸਕਦਾ ਹੈ। ਈੜੀ ਭਾਗ, ਕਾਲਮ A ਦਾ ਉੱਤਲ ਲੈਂਜ਼। ਬੱਚਿਓ, ਇਹ ਕਾਲਮ B ਦੇ A ਅਤੇ D ਪਹਿਲੇ ਅਤੇ ਚੌਥੇ ਕਥਨ ਦੇ ਨਾਲ ਮਿਲਾਨ ਕਰਦਾ ਹੈ। ਵੱਡਦਰਸ਼ੀ ਲੈਂਜ਼ ਵਾਂਗ ਵਰਤਿਆ ਜਾਂਦਾ ਹੈ। ਉਲਟਾ ਅਤੇ ਵੱਡਦਰਸ਼ਿਤ ਪ੍ਰਤੀਬਿੰਬ ਬਣਾ ਸਕਦਾ ਹੈ।
ਕਾਲਮ ਏ ਦਾ ਚੌਥਾ ਸ਼ਬਦ ਸੱਸਾ ਭਾਗ ਅਵਤਲ ਦਰਪਣ, ਇਹ ਕਾਲਮ ਬੀ ਦੇ ਸੀ ਭਾਗ ਦੇ ਨਾਲ ਮੈਚ ਕਰਦਾ ਹੈ। ਦੰਦਾਂ ਦੇ ਡਾਕਟਰ ਦੰਦਾਂ ਦਾ ਵਡਦਰਸ਼ਿਤ ਪ੍ਰਤੀਬਿੰਬ ਵੇਖਣ ਲਈ ਇਸ ਦੀ ਵਰਤੋਂ ਕਰਦੇ ਹਨ। ਕਾਲਮ ਏ ਦਾ ਹਾਹਾ ਭਾਗ ਅਵਤਲ ਲੈਂਸ ਕਾਲਮ ਬੀ ਦੇ ਐਫ ਭਾਗ ਨਾਲ ਮਿਲਾਨ ਕਰਦਾ ਹੈ। ਹੁਣ ਜੇਕਰ ਅਸੀਂ ਕਾਲਮ ਏ ਅਤੇ ਕਾਲਮ ਬੀ ਦੇ ਸ਼ਬਦਾਂ ਨੂੰ ਇਕੱਠਾ ਇੱਕ ਕਥਨ ਬਣਾ ਕੇ ਪੜ੍ਹੀਏ ਤਾਂ ਦੇਖੋ, ਊੜਾ ਭਾਗ ਸਮਤਲ ਦਰਪਣ ਈੜੀ ਭਾਗ ਦੇ ਨਾਲ ਸਿੱਧਾ ਅਤੇ ਬਿੰਬ ਜਾਂ ਵਸਤੂ ਦੇ ਆਕਾਰ ਦਾ ਪ੍ਰਤੀਬਿੰਬ ਬਣਾਉਂਦਾ ਹੈ। ਉੱਤਲ ਦਰਪਣ ਐੜਾ ਭਾਗ ਵਧੇਰੇ ਖੇਤਰ ਦੇ ਦ੍ਰਿਸ਼ ਦਾ ਪ੍ਰਤੀਬਿੰਬ ਬਣਾ ਸਕਦਾ ਹੈ। ਇਸੇ ਹੀ ਤਰ੍ਹਾਂ ਈੜੀ ਭਾਗ ਉੱਤਲ ਲੈਂਸ, ਇਸ ਦਾ ਪਹਿਲਾ ਮਿਲਾਨ ਹੈ ਏ ਦੇ ਨਾਲ, ਵਡਦਰਸ਼ੀ ਲੈਂਸ ਵਾਂਗ ਵਰਤਿਆ ਜਾਂਦਾ ਹੈ। ਅਤੇ ਇਸ ਦਾ ਦੂਜਾ ਕਥਨ ਜਿਹੜਾ ਇਸ ਨਾਲ ਮਿਲਾਨ ਹੁੰਦਾ ਹੈ ਉਹ ਹੈ ਡੀ ਭਾਗ ਉਲਟਾ ਅਤੇ ਵਡਦਰਸ਼ਿਤ ਪ੍ਰਤੀਬਿੰਬ ਬਣਾ ਸਕਦਾ ਹੈ। ਸੱਸਾ ਭਾਗ ਅਵਤਲ ਦਰਪਣ ਸੀ ਭਾਗ ਦੇ ਨਾਲ ਇਸ ਦਾ ਮਿਲਾਨ ਹੈ ਦੰਦਾਂ ਦੇ ਡਾਕਟਰ ਦੰਦਾਂ ਦਾ ਵਡਦਰਸ਼ਿਤ ਪ੍ਰਤੀਬਿੰਬ ਵੇਖਣ ਲਈ ਵਰਤਦੇ ਹਨ। ਅਤੇ ਹਾਹਾ ਭਾਗ ਅਵਤਲ ਲੈਂਸ ਐਫ ਦੇ ਨਾਲ ਸਿੱਧਾ ਅਤੇ ਬਿੰਬ ਜਾਂ ਵਸਤੂ ਦੇ ਆਕਾਰ ਨਾਲੋਂ ਛੋਟਾ ਪ੍ਰਤੀਬਿੰਬ ਬਣਾਉਂਦਾ ਹੈ। ਹਾਂਜੀ ਪਿਆਰੇ ਬੱਚਿਓ, ਆਓ ਅੱਗੇ ਪ੍ਰਸ਼ਨ ਉੱਤਰ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਸਮਤਲ ਦਰਪਣ ਦੁਆਰਾ ਬਣੇ ਪ੍ਰਤੀਬਿੰਬ ਦੇ ਗੁਣ ਲਿਖੋ। ਇਸ ਦਾ ਪਹਿਲਾ ਗੁਣ ਹੈ ਪ੍ਰਤੀਬਿੰਬ ਹਮੇਸ਼ਾ ਸਿੱਧਾ ਬਣਦਾ ਹੈ। ਦੂਜਾ, ਇਹ ਆਭਾਸੀ ਹੁੰਦਾ ਹੈ, ਇਸ ਨੂੰ ਪਰਦੇ 'ਤੇ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਤੀਜਾ, ਇਹ ਹਮੇਸ਼ਾ ਵਸਤੂ ਦੇ ਆਕਾਰ ਦੇ ਬਰਾਬਰ ਦਾ ਹੁੰਦਾ ਹੈ। ਇਹ ਪਾਸੇ ਦਾ ਉਲਟਾ ਹੁੰਦਾ ਹੈ, ਭਾਵ ਵਸਤੂ ਦਾ ਖੱਬਾ ਪਾਸਾ ਪ੍ਰਤੀਬਿੰਬ ਦੇ ਸੱਜੇ ਪਾਸੇ ਵਜੋਂ ਅਤੇ ਵਸਤੂ ਦਾ ਸੱਜਾ ਪਾਸਾ ਪ੍ਰਤੀਬਿੰਬ ਦੇ ਖੱਬੇ ਪਾਸੇ ਵਜੋਂ ਦਿਖਾਈ ਦਿੰਦਾ ਹੈ। ਇਹ ਤੁਸੀਂ ਚਿੱਤਰ ਵਿੱਚ ਵੀ ਦੇਖ ਸਕਦੇ ਹੋ ਨਾਲ। ਇਸ ਤੋਂ ਅਗਲਾ ਪ੍ਰਸ਼ਨ ਹੈ, ਅੰਗਰੇਜ਼ੀ ਜਾਂ ਕੋਈ ਹੋਰ ਭਾਸ਼ਾ ਜਿਸ ਦਾ ਤੁਹਾਨੂੰ ਗਿਆਨ ਹੈ ਦੀ ਵਰਣਮਾਲਾ ਦੇ ਉਹਨਾਂ ਅੱਖਰਾਂ ਦਾ ਪਤਾ ਲਗਾਓ ਜਿਨ੍ਹਾਂ ਦੇ ਸਮਤਲ ਦਰਪਣ ਵਿੱਚ ਬਣੇ ਪ੍ਰਤੀਬਿੰਬ ਬਿਲਕੁਲ ਅੱਖਰਾਂ ਵਰਗੇ ਲੱਗਦੇ ਹਨ। ਆਪਣੇ ਨਤੀਜਿਆਂ ਦੀ ਵਿਆਖਿਆ ਕਰੋ। ਪਿਆਰੇ ਬੱਚਿਓ, ਇੱਥੇ ਉੱਤਰ ਦੇ ਨਾਲ ਤੁਹਾਨੂੰ ਇੱਕ ਚਿੱਤਰ ਵੀ ਦਿਖਾਇਆ ਗਿਆ ਹੈ ਜਿਸ ਵਿੱਚ ਅੰਗਰੇਜ਼ੀ ਵਰਣਮਾਲਾ ਦੇ ਕੁਝ ਅੱਖਰ ਏ, ਐਚ, ਆਈ, ਐਮ, ਓ, ਟੀ, ਯੂ, ਵੀ, ਡਬਲਿਊ, ਐਕਸ, ਵਾਈ ਦਿਖਾਏ ਗਏ ਹਨ ਜੋ ਕਿ ਦਰਪਣ ਦੇ ਵਿੱਚ ਵੀ ਸੇਮ ਅੱਖਰਾਂ ਵਰਗੇ ਹੀ ਲੱਗ ਰਹੇ ਹਨ। ਇਹਨਾਂ ਦਾ ਸੋ ਇਹ ਅੱਖਰ ਬਿਲਕੁਲ ਆਪਣੇ ਪ੍ਰਤੀਬਿੰਬ ਵਰਗੇ ਹੀ ਦਿਖਾਈ ਦਿੰਦੇ ਹਨ। ਇਹਨਾਂ ਦੇ ਪ੍ਰਤੀਬਿੰਬ ਦਾ ਆਕਾਰ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਵ ਨਹੀਂ ਹੁੰਦਾ ਹੈ। ਸੋ ਇਹ ਅੱਖਰ ਨੋਟ ਕਰੋ। ਆਓ ਅਗਲਾ ਪ੍ਰਸ਼ਨ ਕਰਦੇ ਹਾਂ, ਆਭਾਸੀ ਪ੍ਰਤੀਬਿੰਬ ਕੀ ਹੁੰਦਾ ਹੈ? ਕੋਈ ਅਜਿਹੀ ਸਥਿਤੀ ਦੱਸੋ ਜਿੱਥੇ ਆਭਾਸੀ ਪ੍ਰਤੀਬਿੰਬ ਬਣਦਾ ਹੈ। ਇਸ ਦਾ ਉੱਤਰ ਹੈ, ਜਿਸ ਪ੍ਰਤੀਬਿੰਬ ਨੂੰ ਪਰਦੇ ਉੱਤੇ ਨਾ ਲਿਆ ਜਾ ਸਕੇ ਉਸ ਨੂੰ ਆਭਾਸੀ ਪ੍ਰਤੀਬਿੰਬ ਕਹਿੰਦੇ ਹਨ। ਚਿੱਤਰ ਵਿੱਚ ਦਿਖਾਏ ਅਨੁਸਾਰ ਇੱਕ ਸਮਤਲ ਦਰਪਣ ਦੇ ਸਾਹਮਣੇ ਇੱਕ ਜਲਦੀ ਹੋਈ ਮੋਮਬੱਤੀ ਦੀ ਲਾਟ ਨੂੰ ਦਰਪਣ ਵਿੱਚ ਦੇਖਣ ਦੀ ਕੋਸ਼ਿਸ਼ ਕਰੋ। ਇੰਜ ਲੱਗਦਾ ਹੈ ਜਿਵੇਂ ਕਿ ਕਿਸੇ ਪ੍ਰਕਾਰ ਦੀ ਇੱਕ ਮੋਮਬੱਤੀ ਦਰਪਣ ਦੇ ਪਿੱਛੇ ਰੱਖੀ ਪ੍ਰਤੀਤ ਹੁੰਦੀ ਹੈ। ਦਰਪਣ ਦੁਆਰਾ ਬਣਾਇਆ ਗਿਆ ਆਭਾਸੀ ਪ੍ਰਤੀਬਿੰਬ ਹੈ। ਉੱਤਲ ਅਤੇ ਅਵਤਲ ਲੈਂਸਾਂ ਵਿੱਚ ਅੰਤਰ ਲਿਖੋ। ਅਗਲਾ ਪ੍ਰਸ਼ਨ ਹੈ, ਉੱਤਲ ਅਤੇ ਅਵਤਲ ਲੈਂਸਾਂ ਵਿੱਚ ਅੰਤਰ। ਉੱਤਲ ਲੈਂਸ ਵਾਸਤਵਿਕ ਅਤੇ ਉਲਟਾ ਪ੍ਰਤੀਬਿੰਬ ਬਣਾਉਂਦਾ ਹੈ ਜਦੋਂ ਕਿ ਅਵਤਲ ਲੈਂਸ ਆਭਾਸੀ ਅਤੇ ਸਿੱਧਾ ਪ੍ਰਤੀਬਿੰਬ ਬਣਾਉਂਦਾ ਹੈ। ਉੱਤਲ ਲੈਂਸ ਦੁਆਰਾ ਬਣਾਏ ਗਏ ਪ੍ਰਤੀਬਿੰਬ ਦਾ ਆਕਾਰ ਬਹੁਤ ਵੱਡਾ ਹੁੰਦਾ ਹੈ, ਇਸ ਲਈ ਇਸ ਨੂੰ ਵਡਦਰਸ਼ੀ ਲੈਂਸ ਕਹਿੰਦੇ ਹਨ। ਅਵਤਲ ਲੈਂਸ ਦੁਆਰਾ ਬਣਾਏ ਪ੍ਰਤੀਬਿੰਬ ਦਾ ਆਕਾਰ ਵਸਤੂ ਦੇ ਆਕਾਰ ਤੋਂ ਛੋਟਾ ਬਣਦਾ ਹੈ। ਅਗਲਾ ਪ੍ਰਸ਼ਨ ਹੈ, ਉੱਤਲ ਅਤੇ ਅਵਤਲ ਦਰਪਣਾਂ ਦਾ ਇੱਕ ਉਪਯੋਗ ਲਿਖੋ। ਉੱਤਲ ਦਰਪਣ ਦੀ ਵਰਤੋਂ ਆਵਾਜਾਈ ਦੇ ਸਾਧਨਾਂ ਵਿੱਚ ਪਿੱਛੇ ਵਾਲੇ ਆਲੇ ਦੁਆਲੇ ਦੇ ਵਾਹਨਾਂ ਨੂੰ ਵੇਖਣ ਲਈ ਕੀਤੀ ਜਾਂਦੀ ਹੈ। ਅਵਤਲ ਦਰਪਣ ਦੀ ਵਰਤੋਂ ਦੰਦਾਂ ਦੇ ਡਾਕਟਰਾਂ ਦੁਆਰਾ ਕੀਤੀ ਜਾਂਦੀ ਹੈ। ਅਗਲਾ ਪ੍ਰਸ਼ਨ ਹੈ ਬੱਚਿਓ,
किस तरह का दर्पण वास्तविक प्रतिबिंब बना सकता है? अवतल दर्पण वास्तविक प्रतिबिंब बना सकता है। इस तो अगला प्रश्न, किस तरह का लैंस हमेशा आभासी प्रतिबिंब बनाता है? अवतल लैंस हमेशा आभासी प्रतिबिंब बनाता है। इस तो अगे बेटा कुछ विकल्प दिते गए हैं तुहानूं प्रश्नों के उत्तरों के वजों, तुसीं उन्हां विचों सही विकल्प चुनना है। सो इसका पहला क्वेश्चन है, वस्तु तो वड्डे आकार का प्रतिबिंब बनाया जा सकता है। ये विचों सही ऑप्शन है बच्चों एड़ा भाग अवतल दर्पण द्वारा। इस तो अगला प्रश्न, डेविड अपने प्रतिबिंब नूं समतल दर्पण विच वेख रहा है। दर्पण अते उसके प्रतिबिंब विच दूरी 4 मीटर है। जे वो दर्पण वाल 1 मीटर चलता है तो डेविड अते उसके प्रतिबिंब विचली दूरी की होवेगी? सो इसका सही विकल्प है बच्चों ऊड़ा भाग 3 मीटर। अगला प्रश्न है, एक कार का पिछला दृश्य दर्पण समतल दर्पण है। ड्राइवर अपनी कार नूं 2 मीटर प्रति सैकेंड की चाल नाल बैक करदे पिछले दृश्य दर्पण विच अपनी कार दे पिछे खड़े पार्क कीते किसी ट्रक का प्रतिबिंब वेखदा है। ड्राइवर नूं ट्रक का प्रतिबिंब किस चाल नाल अपने वाल आउंदा प्रतीत होवेगा? वो है सही विकल्प है बच्चों एड़ा भाग 2 मीटर प्रति सैकेंड। हाँ जी बच्चों, अगे गल करते हाँ कि अवतल लैंस ते उत्तल लैंस इन्हां नूं होर नावां नाल भी जाणिया जांदा है। सो इन्हां नाल संबंधित पहला प्रश्न है, किहड़े लैंस नूं अपसारी लैंस भी कहंदे हन? किहड़े लैंस नूं अपसारी लैंस भी कहंदे हन? सो इसका उत्तर है अवतल लैंस नूं अपसारी लैंस भी कहंदे हन। सो बच्चों इत्थे मैं थोड़ा जिहा एक्सप्लेन करना चाहूँगी तुहानूं कि अपसारी का की मतलब है। बच्चों तुहानूं पता ही है कि अवतल लैंस किहड़ा लैंस हुंदा वा जिहड़ा किनारियां तो मोटा हुंदा वा ते विचालियों सेंटर दे विचों पतला हुंदा। सो जदों प्रकाश दीयां किरणां इस लैंस दे विच दी लंघदियां हन तो ये उन्हां नूं खिलार दिंदा है, खंडा दिंदा है, वो खिलर जांदियां हन, अपसरित हो जांदियां हन। इसलिए अवतल लैंस नूं अपसारी लैंस कहंदे हन। सो अगला क्वेश्चन है, किहड़े लैंस नूं अभिसारी लैंस भी कहंदे हन? सो बच्चों इसका उत्तर है उत्तल लैंस नूं अभिसारी लैंस भी कहंदे हन। सो इत्थे हुण वर्ड उत्तल लैंस के लिए एक होर वरतिया गया बच्चों अभिसारी लैंस। इत्थे मैं एक्सप्लेन करना चाहांगी जिवें कि तुहानूं पता ही है कि उत्तल लैंस किनारियां तो पतला हुंदा है ते विचालियों मोटा हुंदा है। सो जदों प्रकाश दीयां किरणां इस लैंस दे विच दी लंघदियां हन तां बच्चों ये अपवर्तित हो के एक जगह इकट्ठियां हुंदियां हन। ये प्रकाश दीयां किरणां नूं इकट्ठा कर दिंदा है, इस दे कारण अभिसरित कर दिंदा है प्रकाश दीयां किरणां नूं, इस कारण इसनूं अभिसारी लैंस किया जाता है। सो इसे गुण के कारण ही अगला क्वेश्चन जिहड़ा असीं पढ़न जा रहे हाँ, किस लैंस की वरतों नाल कागज़ की शीट जलना शुरू कर दिंदी है अते क्यों? सो इसका उत्तर है उत्तल लैंस। जिवें तुहानूं चित्र विच भी बच्चों देखो बड़े साफ ते स्पष्ट दिखाई दे रहा है। उत्तल लैंस की वरतों नाल कागज़ की शीट जलना शुरू कर दिंदी है क्योंकि ये अपने उपर पैण वाले प्रकाश नूं इकट्ठा कर दिंदा है। उस दे कारण उन्हां किरणां दे इकट्ठा होण कारण बहुत ज़्यादा मात्रा विच गर्मी पैदा हुंदी है ते उस गर्मी के कारण कागज़ की शीट जलना शुरू कर दिंदी है।
ਜਿਵੇਂ ਬੱਚਿਓ ਇੱਥੇ ਵੇਖੋ ਧਿਆਨ ਨਾਲ, ਤੁਹਾਨੂੰ ਚਿੱਤਰ ਵਿੱਚ ਵੀ ਦਿਖਾਇਆ ਗਿਆ ਹੈ। ਤੁਹਾਨੂੰ ਇੱਕ ਬਿੰਦੂ ਦਿਖਾਈ ਦੇ ਰਿਹਾ ਵਾ, ਉੱਥੇ ਬੱਚੇ ਪ੍ਰਕਾਸ਼ ਦੀਆਂ ਕਿਰਨਾਂ ਇਕੱਠੀਆਂ ਹੋ ਰਹੀਆਂ। ਸੋ ਇਹ ਪ੍ਰਕਾਸ਼ ਦੀਆਂ ਕਿਰਨਾਂ ਜਿੱਥੇ ਇਹ ਬਿੰਦੂ ਪੈ ਰਿਹਾ ਹੈ, ਉੱਥੇ ਬਹੁਤ ਜ਼ਿਆਦਾ ਮਾਤਰਾ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਅਤੇ ਉਸ ਗਰਮੀ ਦੇ ਕਾਰਨ ਉਹ ਕਾਗਜ਼ ਦੀ ਸ਼ੀਟ ਜਲਣਾ ਸ਼ੁਰੂ ਕਰ ਦਿੰਦੀ ਹੈ। ਸੋ ਇਹ ਉੱਤਲ ਲੈਂਸ ਇਹਨਾਂ ਪ੍ਰਕਾਸ਼ ਦੀਆਂ ਕਿਰਨਾਂ ਨੂੰ ਅਭਿਸਰਿਤ ਕਰ ਦਿੰਦਾ ਹੈ। ਇਸੇ ਕਾਰਨ ਹੀ ਇਸ ਨੂੰ ਅਭਿਸਾਰੀ ਲੈਂਸ ਵੀ ਕਿਹਾ ਜਾਂਦਾ ਹੈ। ਸੋ ਬੱਚਿਓ, ਅਵਤਲ ਲੈਂਸ ਦੇ ਲਈ ਇੱਕ ਹੋਰ ਸ਼ਬਦ ਜਿਹੜਾ ਵਰਤਿਆ ਜਾਂਦਾ ਹੈ ਅਵਤਲ ਲੈਂਸ ਦੇ ਲਈ, ਉਹ ਹੈ ਅਪਸਾਰੀ। ਇਸ ਨੂੰ ਅਪਸਾਰੀ ਲੈਂਸ ਵੀ ਕਹਿੰਦੇ ਹਨ ਅਤੇ ਉੱਤਲ ਲੈਂਸ ਨੂੰ ਅਭਿਸਾਰੀ ਲੈਂਸ ਵੀ ਕਹਿੰਦੇ ਹਨ, ਕਿਉਂਕਿ ਇਹ ਪ੍ਰਕਾਸ਼ ਦੀਆਂ ਕਿਰਨਾਂ ਨੂੰ ਇਕੱਠਾ ਕਰ ਦਿੰਦਾ ਹੈ, ਅਭਿਸਰਿਤ ਕਰ ਦਿੰਦਾ ਹੈ, ਜਿਸ ਦੇ ਕਾਰਨ ਕਾਗਜ਼ ਦੀ ਸ਼ੀਟ ਦੇ ਉੱਪਰ ਜਿਹੜਾ ਇਹ ਪ੍ਰਤੀਬਿੰਬ ਬਣਾ ਦਿੰਦਾ ਹੈ, ਉਹ ਸੂਰਜ, ਇੱਕ ਹਿਸਾਬ ਨਾਲ ਸੂਰਜ ਦਾ ਪ੍ਰਤੀਬਿੰਬ ਬਣ ਜਾਂਦਾ ਹੈ। ਬਹੁਤ ਜ਼ਿਆਦਾ ਮਾਤਰਾ ਵਿੱਚ ਗਰਮੀ ਪੈਦਾ ਹੁੰਦੀ ਹੈ। ਉਸ ਗਰਮੀ ਦੇ ਪੈਦਾ ਹੋਣ ਦੇ ਕਾਰਨ ਉੱਥੇ ਕਾਗਜ਼ ਦੀ ਸ਼ੀਟ ਜਲਣਾ ਸ਼ੁਰੂ ਕਰ ਦਿੰਦੀ ਹੈ। ਸੋ ਇੱਥੇ ਹੁਣ ਤੁਸੀਂ ਇਹਨਾਂ ਚੀਜ਼ਾਂ ਦਾ ਨੋਟ ਰੱਖਣਾ ਹੈ। ਇਸ ਦੇ ਨਾਲ ਹੀ ਬੱਚਿਓ ਤੁਹਾਨੂੰ ਸਮਝ ਆ ਗਈ ਹੋਵੇਗੀ ਕਿ ਉੱਤਲ ਲੈਂਸ ਅਤੇ ਅਵਤਲ ਲੈਂਸ ਵਿੱਚ ਜਦੋਂ ਪ੍ਰਕਾਸ਼ ਦਾ ਅਪਵਰਤਨ ਹੁੰਦਾ ਹੈ ਤਾਂ ਉਸ ਦੇ ਕਾਰਨ ਉੱਤਲ ਲੈਂਸ ਅਤੇ ਅਵਤਲ ਲੈਂਸ ਦੁਆਰਾ ਪ੍ਰਤੀਬਿੰਬ ਬਣਦੇ ਹਨ। ਅਵਤਲ ਲੈਂਸ ਅਪਸਰਿਤ ਕਰਦਾ ਹੈ ਪ੍ਰਕਾਸ਼ ਦੀਆਂ ਕਿਰਨਾਂ ਨੂੰ ਔਰ ਉੱਤਲ ਲੈਂਸ ਅਭਿਸਰਿਤ ਕਰਦਾ ਹੈ। ਸੋ ਇਹ ਵੱਖ-ਵੱਖ ਪ੍ਰਕਾਸ਼ ਦੇ ਵਰਤਾਰੇ, ਜਿਸ ਨੂੰ ਅਸੀਂ ਪ੍ਰਕਾਸ਼ ਦਾ ਅਪਵਰਤਨ ਕਹਿੰਦੇ ਹਾਂ, ਉਹਨਾਂ ਦੁਆਰਾ ਇਹ ਉੱਤਲ ਲੈਂਸ ਅਤੇ ਅਵਤਲ ਲੈਂਸ ਦਾ ਕੰਮ ਦਿਖਾਇਆ ਗਿਆ ਹੈ ਅਤੇ ਇਹਨਾਂ ਦੀ ਵਰਤੋਂ ਵੀ ਇਸ ਵਰਤਾਰੇ ਦੇ ਕਾਰਨ ਹੀ ਵੱਖ-ਵੱਖ ਹੁੰਦੀ ਹੈ। ਇੱਥੇ ਤੁਹਾਨੂੰ ਜਿਹੜੀ ਪ੍ਰਕਾਸ਼ ਦੀ ਕਿਰਿਆ ਦਿਖਾਈ ਗਈ ਹੈ, ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲੈਂਸ ਦੇ ਵਿੱਚ ਜਦੋਂ ਪ੍ਰਕਾਸ਼ ਲੰਘਿਆ ਤਾਂ ਉਸ 'ਤੇ ਇੱਕ ਪ੍ਰਤੀਬਿੰਬ ਬਣ ਗਿਆ ਜੋ ਕਿ ਸੂਰਜ ਦਾ ਪ੍ਰਤੀਬਿੰਬ ਹੈ। ਇਹ ਸੂਰਜ ਦਾ ਪ੍ਰਤੀਬਿੰਬ ਬਣਾਇਆ ਗਿਆ ਹੈ ਉੱਤਲ ਲੈਂਸ ਦੁਆਰਾ। ਜਦੋਂ ਇਹ ਪ੍ਰਕਾਸ਼ ਦੀਆਂ ਕਿਰਨਾਂ ਇੱਕ ਥਾਂ 'ਤੇ ਇਕੱਠੀਆਂ ਹੋ ਜਾਂਦੀਆਂ ਹਨ, ਬਹੁਤ ਸਾਰੀ ਗਰਮੀ ਪੈਦਾ ਹੁੰਦੀ ਹੈ, ਤਾਂ ਉਸ ਦੇ ਕਾਰਨ ਹੀ ਇਹ ਕਾਗਜ਼ ਦੀ ਸ਼ੀਟ ਵੀ ਜਲਣਾ ਸ਼ੁਰੂ ਕਰ ਦਿੰਦੀ ਹੈ। ਸੋ ਇੱਥੋਂ ਤੱਕ ਤੁਹਾਨੂੰ ਲੈਂਸਾਂ ਦੇ ਬਾਰੇ ਪਤਾ ਚੱਲ ਗਿਆ ਹੋਵੇਗਾ ਕਿ ਅਵਤਲ ਲੈਂਸ ਅਤੇ ਉੱਤਲ ਲੈਂਸ ਕੀ ਹਨ, ਇਹਨਾਂ ਨੂੰ ਅਪਸਾਰੀ ਲੈਂਸ ਅਤੇ ਅਭਿਸਾਰੀ ਲੈਂਸ ਕਿਉਂ ਕਿਹਾ ਜਾਂਦਾ ਹੈ, ਕਾਗਜ਼ ਦੀ ਸ਼ੀਟ ਨੂੰ ਕਿਉਂ ਜਲਾ ਦਿੰਦੇ ਹਨ। ਸੋ ਇੱਥੇ ਬੱਚਿਓ ਦੇਖੋ, ਤੁਹਾਨੂੰ ਚਿੱਤਰ ਦਿਖਾਈ ਦੇ ਰਹੇ ਆ। ਪਹਿਲੇ ਚਿੱਤਰ ਦੇ ਵਿੱਚ ਤੁਹਾਨੂੰ ਪ੍ਰਿਜ਼ਮ ਦੇ ਵਿੱਚ ਦੀ ਜਦੋਂ ਦੇਖ ਰਹੇ ਹੋ ਤੁਸੀਂ ਕਿ ਸੂਰਜ ਦਾ ਪ੍ਰਕਾਸ਼ ਲੰਘ ਰਿਹਾ ਹੈ ਤਾਂ ਇਹ 7 ਰੰਗਾਂ ਵਿੱਚ ਟੁੱਟ ਰਿਹਾ ਹੈ। ਦੂਸਰੇ ਨੰਬਰ ਵਾਲੇ ਚਿੱਤਰ ਦੇ ਵਿੱਚ ਤੁਸੀਂ ਸਤਰੰਗੀ ਪੀਂਗ ਦੇਖ ਰਹੇ ਹੋ। ਤੀਜੀ ਦੇ ਵਿੱਚ ਤੁਸੀਂ ਨਿਊਟਨ ਡਿਸਕ ਦੇਖ ਰਹੇ ਹੋ ਅਤੇ ਚੌਥੇ ਚਿੱਤਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਦੋਂ ਨਿਊਟਨ ਡਿਸਕ ਤੇਜ਼ ਘੁੰਮ ਰਹੀ ਹੈ। ਸੋ ਜੇਕਰ ਪਹਿਲੇ ਚਿੱਤਰ ਦੀ ਗੱਲ ਕਰੀਏ ਤਾਂ ਬੱਚਿਓ ਦੇਖੋ ਤੁਸੀਂ ਧਿਆਨ ਨਾਲ, ਇਹਦੇ ਵਿੱਚ ਸੂਰਜ ਤੋਂ ਆ ਰਿਹਾ ਸਫੈਦ ਪ੍ਰਕਾਸ਼ ਜਦੋਂ ਪ੍ਰਿਜ਼ਮ ਦੇ ਵਿੱਚ ਦੀ ਲੰਘ ਰਿਹਾ ਹੈ ਤਾਂ ਇਹ 7 ਰੰਗਾਂ ਵਿੱਚ ਟੁੱਟ ਜਾਂਦਾ ਹੈ। ਇਹ ਜਿਹੜਾ ਵਰਤਾਰਾ ਹੈ, ਇਸ ਨੂੰ ਵਰਨ ਵਿਖੇਪਣ ਕਹਿੰਦੇ ਹਨ। ਇਸ ਨੂੰ ਵਰਨ ਵਿਖੇਪਣ ਕਹਿੰਦੇ ਹਨ ਅਤੇ ਜਿਹੜੀ 7 ਰੰਗਾਂ ਦੀ ਪੱਟੀ ਦਿਖਾਈ ਦੇ ਰਹੀ ਹੈ ਉਸ ਨੂੰ ਵਰਨ ਪੱਟੀ ਕਿਹਾ ਜਾਂਦਾ ਹੈ। ਇਸੇ ਹੀ ਤਰ੍ਹਾਂ ਸਤਰੰਗੀ ਪੀਂਗ ਬਣਦੀ ਕਿਵੇਂ ਹੈ? ਸਤਰੰਗੀ ਪੀਂਗ ਵਰਖਾ ਤੋਂ ਇੱਕਦਮ ਸਾਨੂੰ ਦਿਖਾਈ ਦਿੰਦੀ ਹੈ ਜਦੋਂ ਸੂਰਜ ਥੋੜ੍ਹਾ ਨੀਵਾਂ ਹੋ ਚੁੱਕਾ ਹੁੰਦਾ ਹੈ ਅਤੇ ਸੂਰਜ ਵਾਲੇ ਪਾਸੇ ਅਸੀਂ ਪਿੱਠ ਕਰਕੇ ਉਸ ਤੋਂ ਆਪੋਜ਼ਿਟ ਸਾਈਡ 'ਤੇ ਜਦੋਂ ਅਸੀਂ ਦੇਖਾਂਗੇ ਤਾਂ ਸਾਨੂੰ ਇੱਕ ਅਸਮਾਨ ਦੇ ਵਿੱਚ ਆਰਕ ਸ਼ੇਪ ਇੱਕ ਸਾਨੂੰ ਪੀਂਗ ਦਿਖਾਈ ਦੇਊਗੀ 7 ਰੰਗਾਂ ਦੇ ਵਿੱਚ ਬਣੀ ਹੋਈ। ਇਸ ਨੂੰ ਅਸੀਂ ਸਤਰੰਗੀ ਪੀਂਗ ਬੋਲਦੇ ਹਾਂ। ਸੋ ਬੱਚਿਓ ਇੱਥੇ ਵੀ
ਪ੍ਰਿਜ਼ਮ ਵਿੱਚ ਜਿਵੇਂ ਤੁਹਾਨੂੰ ਪਹਿਲੇ ਚਿੱਤਰ ਵਿੱਚ ਦਿਖਾਇਆ ਗਿਆ ਹੈ, ਜਿਹੜੀਆਂ ਪਾਣੀ ਦੀਆਂ ਬੂੰਦਾਂ, ਵਰਖਾ ਦੇ ਪਾਣੀ ਦੀਆਂ ਬੂੰਦਾਂ ਹਵਾ ਵਿੱਚ ਲਟਕ ਰਹੀਆਂ ਹੁੰਦੀਆਂ ਹਨ, ਤਾਂ ਬੱਚਿਓ ਉਹ ਪ੍ਰਿਜ਼ਮ ਦਾ ਕੰਮ ਕਰਦੀਆਂ ਹਨ। ਹੁਣ ਸੂਰਜ ਦਾ ਪ੍ਰਕਾਸ਼, ਸਫੈਦ ਪ੍ਰਕਾਸ਼ ਜਦੋਂ ਇਹਨਾਂ ਪਾਣੀ ਦੀਆਂ ਬੂੰਦਾਂ ਦੇ ਵਿੱਚ ਦੀ ਲੰਘਦਾ ਹੈ ਤਾਂ ਬੱਚਿਓ ਇਹ 7 ਰੰਗਾਂ ਵਿੱਚ ਟੁੱਟ ਜਾਂਦਾ ਹੈ, ਜਿਸ ਕਾਰਨ ਇਹ ਸਤਰੰਗੀ ਪੀਂਗ ਬਣਦੀ ਹੈ। ਇਸੇ ਹੀ ਤਰ੍ਹਾਂ ਨਿਊਟਨ ਡਿਸਕ ਦਿਖਾਈ ਗਈ ਹੈ ਤੁਹਾਨੂੰ। ਨਿਊਟਨ ਡਿਸਕ ਦੇ ਉੱਪਰ ਅਸੀਂ 7 ਰੰਗ ਬਣਾ ਲਏ ਅਤੇ ਜਦੋਂ ਅਸੀਂ ਇਸ ਨੂੰ ਜ਼ੋਰ ਦੀ ਘੁਮਾ ਕੇ ਦੇਖਾਂਗੇ ਤਾਂ ਬੱਚਿਓ ਇਹ ਸਾਨੂੰ ਸਫੈਦ ਕਲਰ ਦੀ ਦਿਖਾਈ ਦੇਊਗੀ। ਸੋ ਇੱਥੇ ਸਾਨੂੰ ਇੱਕ ਚੀਜ਼ ਸਮਝ ਆ ਗਈ ਕਿ ਸਫੈਦ ਪ੍ਰਕਾਸ਼ 7 ਰੰਗਾਂ ਦਾ ਬਣਿਆ ਹੁੰਦਾ ਹੈ, ਜਾਣੀ ਕਿ 7 ਰੰਗਾਂ ਤੋਂ ਮਿਲ ਕੇ ਸਫੈਦ ਪ੍ਰਕਾਸ਼ ਬਣਦਾ ਹੈ। ਆਓ ਹੁਣ ਅਸੀਂ ਇਸ ਕਿਰਿਆ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਕਰਦੇ ਹਾਂ। ਸੋ ਸਭ ਤੋਂ ਪਹਿਲਾ ਪ੍ਰਸ਼ਨ ਹੈ, ਸਤਰੰਗੀ ਪੀਂਗ ਵਿੱਚ ਕਿੰਨੇ ਰੰਗ ਹੁੰਦੇ ਹਨ? ਸਤਰੰਗੀ ਪੀਂਗ ਵਿੱਚ ਕਿੰਨੇ ਰੰਗ ਹੁੰਦੇ ਹਨ? ਸ਼ਾਬਾਸ਼ ਬੱਚਿਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਬਹੁਤ ਆਸਾਨੀ ਨਾਲ ਇਸ ਚੀਜ਼ ਨੂੰ ਸਮਝ ਗਏ ਹੋ। ਸਤਰੰਗੀ ਪੀਂਗ ਵਿੱਚ 7 ਰੰਗ ਹੁੰਦੇ ਹਨ। ਆਕਾਸ਼ ਵਿੱਚ ਸਤਰੰਗੀ ਪੀਂਗ ਕਦੋਂ ਦਿਖਾਈ ਦਿੰਦੀ ਹੈ? ਆਕਾਸ਼ ਵਿੱਚ ਸਤਰੰਗੀ ਪੀਂਗ ਕਦੋਂ ਦਿਖਾਈ ਦਿੰਦੀ ਹੈ? ਆਕਾਸ਼ ਵਿੱਚ ਸਤਰੰਗੀ ਪੀਂਗ ਅਕਸਰ ਵਰਖਾ ਤੋਂ ਬਾਅਦ ਦਿਖਾਈ ਦਿੰਦੀ ਹੈ। ਅਕਸਰ ਵਰਖਾ ਤੋਂ ਬਾਅਦ ਦਿਖਾਈ ਦਿੰਦੀ ਹੈ। ਅਗਲਾ ਪ੍ਰਸ਼ਨ ਹੈ, ਨਿਊਟਨ ਡਿਸਕ ਘੁਮਾਉਣ 'ਤੇ ਕਿਸ ਰੰਗ ਦੀ ਨਜ਼ਰ ਆਉਂਦੀ ਹੈ? ਨਿਊਟਨ ਡਿਸਕ ਘੁਮਾਉਣ 'ਤੇ ਕਿਸ ਰੰਗ ਦੀ ਨਜ਼ਰ ਆਉਂਦੀ ਹੈ? ਇਸ ਦਾ ਉੱਤਰ ਹੈ ਬੱਚਿਓ, ਨਿਊਟਨ ਡਿਸਕ ਘੁਮਾਉਣ 'ਤੇ ਸਫੈਦ ਰੰਗ ਦੀ ਨਜ਼ਰ ਆਉਂਦੀ ਹੈ। ਨਿਊਟਨ ਡਿਸਕ ਘੁਮਾਉਣ 'ਤੇ ਸਫੈਦ ਰੰਗ ਦੀ ਨਜ਼ਰ ਆਉਂਦੀ ਹੈ। ਸੋ ਅਗਲਾ ਪ੍ਰਸ਼ਨ ਹੈ, ਪ੍ਰਿਜ਼ਮ ਵਿੱਚੋਂ ਸੂਰਜੀ ਪ੍ਰਕਾਸ਼ ਲੰਘਣ 'ਤੇ ਕੀ ਵਾਪਰਦਾ ਹੈ? ਪ੍ਰਿਜ਼ਮ ਵਿੱਚੋਂ ਸੂਰਜੀ ਪ੍ਰਕਾਸ਼ ਲੰਘਣ 'ਤੇ ਕੀ ਵਾਪਰਦਾ ਹੈ? ਪ੍ਰਿਜ਼ਮ ਵਿੱਚੋਂ ਸੂਰਜੀ ਪ੍ਰਕਾਸ਼ ਲੰਘਣ 'ਤੇ ਬੱਚਿਓ ਇਹ 7 ਰੰਗਾਂ ਵਿੱਚ ਟੁੱਟ ਜਾਂਦਾ ਹੈ। ਇਹ 7 ਰੰਗਾਂ ਵਿੱਚ ਟੁੱਟ ਜਾਂਦਾ ਹੈ ਅਤੇ ਇਸ ਵਰਤਾਰੇ ਨੂੰ ਕੀ ਕਹਿੰਦੇ ਹਨ ਬੱਚਿਓ? ਵਰਨ ਵਿਖੇਪਨ। ਵੈਰੀ ਗੁੱਡ। ਇਸ ਨੂੰ ਕਹਿੰਦੇ ਹਨ ਵਰਨ ਵਿਖੇਪਨ। ਅਤੇ ਜਿਹੜੀ 7 ਰੰਗਾਂ ਦੀ ਪੱਟੀ ਹੈ ਇਸ ਨੂੰ ਵਰਨ ਪੱਟੀ ਕਿਹਾ ਜਾਂਦਾ ਹੈ। ਸਤਰੰਗੀ ਪੀਂਗ ਵਿੱਚ ਕਿਹੜੇ ਕਿਹੜੇ ਰੰਗ ਹੁੰਦੇ ਹਨ? ਸਾਨੂੰ ਪਤਾ ਹੀ ਹੈ ਬੱਚਿਓ, ਹੁਣ ਤੱਕ ਤੁਸੀਂ ਸਮਝ ਗਏ ਹੋ ਕਿ ਸਤਰੰਗੀ ਪੀਂਗ ਦੇ ਵਿੱਚ 7 ਰੰਗ ਹੁੰਦੇ ਹਨ। ਯਾਦ ਰੱਖਣ ਦੇ ਲਈ ਅਸੀਂ ਇਸ ਨੂੰ ਅੰਗਰੇਜ਼ੀ ਦੇ ਵਿੱਚ ਵਿਬਗਾਇਰ ਦੇ ਨਾਂ ਨਾਲ ਇਸ ਨੂੰ ਯਾਦ ਰੱਖ ਸਕਦੇ ਹਾਂ। VIBGYOR। ਸੋ ਇਹਦੇ ਵਿੱਚ ਜੇ ਅਸੀਂ ਇਹਦਾ ਸੀਕੁਐਂਸ ਵੇਖੀਏ ਤਾਂ V ਫॉर ਵਾਇਲਟ ਮਤਲਬ ਬੈਂਗਣੀ ਰੰਗ। ਉਸ ਤੋਂ ਬਾਅਦ ਆਉਂਦਾ ਹੈ ਇੰਡੀਗੋ, ਜਾਮਨੀ ਰੰਗ। ਇਸ ਤੋਂ ਬਾਅਦ B ਫॉर ਬਲੂ, ਨੀਲਾ ਰੰਗ। G ਫॉर ਗ੍ਰੀਨ, ਹਰਾ ਰੰਗ। ਉਸ ਤੋਂ ਬਾਅਦ Y ਫॉर ਯੈਲੋ ਕਲਰ, ਪੀਲਾ ਰੰਗ। ਉਸ ਤੋਂ ਬਾਅਦ ਆਉਂਦਾ ਹੈ ਦੈਨ O ਫॉर ਔਰੇਂਜ, ਇਹ ਸੰਤਰੀ। ਅਤੇ ਫਿਰ ਹੈ ਲਾਲ, ਰੈੱਡ ਕਲਰ। ਸੋ ਬੱਚੋ ਇਸ ਕਿਰਿਆ ਵਿੱਚ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋ ਕਿ ਪ੍ਰਕਾਸ਼, ਸੂਰਜ ਦਾ ਪ੍ਰਕਾਸ਼, ਸਫੈਦ ਪ੍ਰਕਾਸ਼ 7 ਰੰਗਾਂ ਤੋਂ ਮਿਲ ਕੇ ਬਣਦਾ ਹੈ। ਸੋ ਇੱਥੇ ਤੁਹਾਨੂੰ ਤਾਂ ਹੀ ਸਮਝ ਆ ਗਈ ਹੋਏਗੀ ਕਿ ਪ੍ਰਿਜ਼ਮ ਵਿੱਚੋਂ ਲੰਘਣ 'ਤੇ ਇਹ ਪ੍ਰਕਾਸ਼, ਸਫੈਦ ਪ੍ਰਕਾਸ਼ 7 ਰੰਗਾਂ ਵਿੱਚ ਟੁੱਟ ਜਾਂਦਾ ਹੈ। ਅਤੇ ਨਿਊਟਨ ਡਿਸਕ ਨੂੰ ਅਸੀਂ ਜਦੋਂ ਘੁਮਾਉਂਦੇ ਹਾਂ, ਜ਼ੋਰ ਨਾਲ ਘੁਮਾਉਂਦੇ ਹਾਂ, ਤਾਂ ਇਹ ਸਾਨੂੰ ਸਫੈਦ ਦਿਖਾਈ ਦਿੰਦੀ ਹੈ।
ਇਸ ਦੇ ਸਫੈਦ ਹੋਣ ਦਾ ਕਾਰਨ ਵੀ ਤੁਹਾਨੂੰ ਪਤਾ ਚੱਲ ਗਿਆ ਹੈ ਕਿ ਸਫੈਦ ਪ੍ਰਕਾਸ਼ 7 ਰੰਗਾਂ ਦਾ ਮਿਸ਼ਰਣ ਹੈ। ਸੋ ਜਦੋਂ ਅਸੀਂ ਨਿਊਟਨ ਡਿਸਕ ਨੂੰ ਜ਼ੋਰ ਨਾਲ ਘੁਮਾਉਂਦੇ ਹਾਂ ਤਾਂ ਇਹ ਸਾਰੇ ਹੀ ਰੰਗਾਂ ਦਾ ਮਿਸ਼ਰਣ ਬਣ ਕੇ ਸਫੈਦ ਦਿਖਾਈ ਦਿੰਦਾ ਹੈ। ਇਸੇ ਹੀ ਤਰ੍ਹਾਂ ਸਤਰੰਗੀ ਪੀਂਘ ਵੀ ਵਰਨ ਵਿਖੇਪਣ ਦਾ ਇੱਕ ਵਰਤਾਰਾ ਹੈ, ਜੋ ਕਿ ਕੁਦਰਤੀ ਵਰਨ ਵਿਖੇਪਣ ਹੈ, ਜਿਸ ਵਿੱਚ ਵਰਖਾ ਦੇ ਪਾਣੀ ਦੀਆਂ ਬੂੰਦਾਂ ਪ੍ਰਿਜ਼ਮ ਦਾ ਕੰਮ ਕਰਦੀਆਂ ਹਨ ਅਤੇ ਪ੍ਰਿਜ਼ਮ ਦੀ ਤਰ੍ਹਾਂ ਹੀ ਜਦੋਂ ਸੂਰਜੀ ਸਫੈਦ ਪ੍ਰਕਾਸ਼ ਇਹਨਾਂ ਬੂੰਦਾਂ ਵਿੱਚ ਦੀ ਲੰਘਦਾ ਹੈ ਤਾਂ ਇਹ 7 ਰੰਗਾਂ ਵਿੱਚ ਟੁੱਟ ਜਾਂਦਾ ਹੈ, ਜਿਸ ਤੋਂ ਸਤਰੰਗੀ ਪੀਂਘ ਬਣਦੀ ਹੈ। ਮੈਨੂੰ ਉਮੀਦ ਹੈ ਬੱਚਿਓ ਕਿ ਤੁਸੀਂ ਇਹਨਾਂ ਪ੍ਰਸ਼ਨ ਉੱਤਰਾਂ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਅਤੇ ਨਾਲ ਦੀ ਨਾਲ ਹੀ ਤੁਹਾਨੂੰ ਪ੍ਰਕਾਸ਼ ਦੇ ਵੱਖ-ਵੱਖ ਵਰਤਾਰਿਆਂ ਬਾਰੇ, ਦਰਪਣਾਂ ਅਤੇ ਲੈਂਸਾਂ ਦੁਆਰਾ ਪ੍ਰਕਾਸ਼ ਦੇ ਅਪਵਰਤਨ ਅਤੇ ਪਰਾਵਰਤਨ ਬਾਰੇ ਜਾਣਕਾਰੀ ਮਿਲ ਗਈ ਹੋਵੇਗੀ ਅਤੇ ਤੁਹਾਨੂੰ ਇਹ ਪਾਠ ਬਹੁਤ ਹੀ ਆਸਾਨੀ ਨਾਲ ਸਮਝ ਆ ਗਿਆ ਹੋਵੇਗਾ। ਧੰਨਵਾਦ। ਥੈਂਕ ਯੂ ਵੈਰੀ ਮੱਚ।